ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਅੱਤਵਾਦ, ਉਗਰਵਾਦ, ਮਿਲੀਟੈਂਸੀ, ਟੈਰਰਿਜ਼ਮ ਜਾਂ ਖਾੜਕੂਵਾਦ, ਕੋਈ ਵੀ ਤੁਸੀਂ ਇਸ ਨੂੰ ਨਾਮ ਦੇ ਦਿਓ ਉਹਨਾਂ ਸਮਿਆਂ ਨੂੰ, ਪਰ ਅੱਜ ਵੀ ਜਦੋਂ ਉਹਨਾਂ ਸਮਿਆਂ ਨੂੰ ਅਸੀਂ ਯਾਦ ਕਰਦੇ ਹਾਂ, ਸਾਡੇ ਸਾਰਿਆਂ ਦੇ ਜਿਹੜੇ ਮਨ ਨੇ ਉਹ ਸਿਰ ਜਾਂਦੇ ਨੇ। ਖਾਸ ਤੌਰ 'ਤੇ ਮਨ ਬਹੁਤ ਦੁਖੀ ਹੁੰਦੇ ਨੇ, ਘਬਰਾ ਜਾਂਦੇ ਨੇ, ਕਿਉਂਕਿ ਜੇ ਕੁਝ ਪੁਲਿਸ ਆਫੀਸਰਸ ਨੇ ਆਪਣੀਆਂ ਜਾਨਾਂ 'ਤੇ ਖੇਡ ਕੇ ਬਹਾਦਰੀ ਦੇ ਨਾਲ ਉਸ ਅੱਤਵਾਦ ਦਾ ਮੁਕਾਬਲਾ ਕੀਤਾ, ਤਾਂ ਇਹੋ ਜਿਹੇ ਵੀ ਬਹੁਤ ਸਾਰੇ ਪੁਲਿਸ ਆਫੀਸਰਸ ਨੇ ਜਿਨ੍ਹਾਂ ਨੇ ਨਿਰਦੋਸ਼ ਨੌਜਵਾਨਾਂ ਨੂੰ ਫੜ ਕੇ ਉਹਨਾਂ ਦੇ ਹੱਥ ਬੰਨ੍ਹ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ। ਨਾ ਕੇਵਲ ਮਾਰਿਆ ਜਾਂ ਉਹਨਾਂ ਦੇ ਪਰਿਵਾਰ ਬਰਬਾਦ ਕੀਤੇ, ਬਲਕਿ ਉਹਨਾਂ ਦੀਆਂ ਲਾਸ਼ਾਂ 'ਤੇ ਆਪਣੀਆਂ ਨੌਕਰੀਆਂ, ਆਪਣੀਆਂ ਕੁਰਸੀਆਂ ਸਜਾਈਆਂ, ਉਹਨਾਂ ਦੇ ਜ਼ਰੀਏ ਮੈਡਲ ਪ੍ਰਾਪਤ ਕੀਤੇ, ਅਵਾਰਡ ਪ੍ਰਾਪਤ ਕੀਤੇ। ਇਹ ਵੀ ਨਹੀਂ ਅਸੀਂ ਭੁੱਲ ਸਕਦੇ। ਔਰ ਇਹਨਾਂ ਸਾਰੀਆਂ ਚੀਜ਼ਾਂ ਦੀ ਪੋਲ ਆ ਜਿਹੜੀ, ਜਾਂ ਜਿਹੜੇ ਖੁਲਾਸੇ ਨੇ, ਉਹ ਹੁਣ ਦਿਨ ਪ੍ਰਤੀ ਦਿਨ ਹੋ ਰਹੇ ਨੇ। ਬੀਤੇ ਕੱਲ੍ਹ CBI ਦੇ ਕੋਰਟ ਨੇ 9 ਪੁਲਿਸ ਵਾਲਿਆਂ ਨੂੰ ਟੰਗਤਾ, ਸਿਰਫ ਇਸ ਕਰਕੇ ਸਜ਼ਾਵਾਂ ਇਸ ਕਰਕੇ ਸੁਣਾਈਆਂ ਕਿਉਂਕਿ ਇਹਨਾਂ ਨੇ 1992 ਦੇ ਵਿੱਚ, ਲਗਭਗ 31 ਸਾਲ ਪਹਿਲਾਂ, 20 ਸਾਲ ਦੇ ਲਗਭਗ ਨੌਜਵਾਨ ਸੀ, ਨਿਰਦੋਸ਼ ਸੀ, ਉਹਨਾਂ ਨੂੰ ਫੜ ਕੇ ਉਹਨਾਂ ਦੇ ਹੱਥ ਬੰਨ੍ਹ ਕੇ ਉਹਨਾਂ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਤਾ। ਤੇ ਹੁਣ ਇਹਨਾਂ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ, ਤੇ ਨਾਲ ਹੀ ਇਹਨਾਂ ਨੂੰ ਫਾਈਨ ਵੀ ਹੋਇਆ, ਜੁਰਮਾਨਾ ਵੀ ਹੋਇਆ। ਇਹ ਸਾਰਾ ਮਾਜਰਾ ਹੈ ਕੀ ਆ, ਇਹ ਸਾਰਾ ਆਪਾਂ ਡਿਸਕਸ ਕਰਾਂਗੇ। ਪੰਚਾਇਤੀ ਮਹਿਕਮਾ, ਪੇਂਡੂ ਵਿਕਾਸ ਤੇ ਪੰਚਾਇਤੀ ਮਹਿਕਮਾ, ਜਦੋਂ ਤੋਂ ਇਹਨਾਂ ਨੇ ਆਪਣੇ 2 IAS ਅਫਸਰਾਂ ਨੂੰ ਸਸਪੈਂਡ ਕੀਤਾ, ਇਸ ਕਰਕੇ ਕਿਉਂਕਿ ਸਰਕਾਰ ਦੀ ਇਹਨਾਂ ਨੇ ਫਜ਼ੀਅਤ ਬੜੀ ਕਰਵਾਈ ਆ, ਉਸ ਤੋਂ ਬਾਅਦ 2 ਹਫ਼ਤੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ, ਅੱਜ ਵੀ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋ ਰਿਹਾ। ਤੇ ਜਿਹੜੇ ਇਸ ਮਹਿਕਮੇ ਦੇ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ, ਉਹ ਕੋਈ ਦਿਲਚਸਪੀ ਨਹੀਂ ਲੈ ਰਹੇ। ਇਹ ਸਾਰਾ ਮਾਜਰਾ ਕੀ ਹੈ, ਕਿਉਂ ਇਹ ਸਾਰਾ ਮਹਿਕਮਾ ਖੜੋਤ ਹੋ ਗਿਆ, ਕਿਉਂ ਇਸ ਟਾਈਮ ਖੜ ਗਿਆ, ਜਾਂ ਕੋਈ ਫਾਈਲ ਮੂਵ ਨਹੀਂ ਕਰ ਰਹੀ, ਇਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਅਖੀਰ ਤੇ ਗੱਲ ਕਰਾਂਗੇ ਸੰਜੇ ਮਿਸ਼ਰਾ, ਐਨਫੋਰਸਮੈਂਟ ਡਾਇਰੈਕਟੋਰੇਟ ਦੇ 1984 ਦੇ IRS ਅਫਸਰ। ਉਹ ਅੱਜ ਉਹਨਾਂ ਦਾ ਆਖਰੀ ਦਿਨ ਆ, ਤੇ ਅੱਜ ਦੀ ਰਾਤ 12 ਵਜੇ ਤੱਕ ਨਵਾਂ ਜਿਹੜਾ ED ਦਾ ਡਾਇਰੈਕਟਰ ਆ ਉਹ ਚੁਣ ਲਿਆ ਜਾਏਗਾ, ਇਸ ਤਰ੍ਹਾਂ ਦੀ ਉਮੀਦ ਆ। ਕਿਉਂਕਿ ਸੁਪਰੀਮ ਕੋਰਟ ਨੇ ਕਹਿਤਾ ਸੀ ਕਿ ਕੇਵਲ 15 ਸਤੰਬਰ ਤੱਕ ਇਸ ED ਦੇ ਡਾਇਰੈਕਟਰ ਸੰਜੇ ਮਿਸ਼ਰਾ ਨੂੰ ਐਕਸਟੈਂਸ਼ਨ ਦਿੱਤੀ ਜਾ ਸਕਦੀ ਹੈ। ਤੇ ਅੱਜ ਦੇਖਦੇ ਹਾਂ, ਜਦੋਂ ਤੱਕ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਉਦੋਂ ਤੱਕ ਤਾਂ ਹਜੇ ਕੋਈ ਅਪਾਇੰਟਮੈਂਟ ਨਹੀਂ ਹੋਈ। ਇਸ ਤੋਂ ਬਾਅਦ ਕੋਈ ਹੋ ਜੇ ਤਾਂ ਉਸ ਦਾ ਵੀ ਅਸੀਂ ਖੁਲਾਸਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ। ਰਮਨਪ੍ਰੀਤ ਸਿੰਘ ਕੇਵਲ 1 ਸਾਲ ਦਾ ਸੀ ਜਦੋਂ ਉਹਦੇ ਪਿਤਾ ਹਰਜੀਤ ਸਿੰਘ, ਜੋ ਲਗਭਗ 20 ਸਾਲ ਦਾ ਸੀ, ਮੈਂ ਗੱਲ ਕਰ ਰਿਹਾ 1992, ਲਗਭਗ 31 ਸਾਲ ਪਹਿਲਾਂ ਦੀ, ਜਦੋਂ ਰਮਨਪ੍ਰੀਤ ਦੇ ਪਿਤਾ ਹਰਜੀਤ ਸਿੰਘ ਨੂੰ 29 ਅਪ੍ਰੈਲ 1992 ਨੂੰ ਪੁਲਿਸ ਨੇ ਠੱਠੀਆਂ ਬੱਸ ਅੱਡੇ ਤੋਂ, ਠੱਠੀਆਂ ਇਹ ਸਠਿਆਲਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ, ਉਹਦੇ ਬਿਲਕੁਲ ਨੇੜੇ ਹੀ ਆ, ਉੱਥੇ ਪੁਲਿਸ ਵਾਲੇ ਆਉਂਦੇ ਨੇ ਤੇ ਆ ਕੇ ਇਹਨੂੰ ਕਹਿੰਦੇ ਨੇ ਤੂੰ ਤਾਂ ਖਾਲਿਸਤਾਨੀ ਆ, ਤੂੰ ਤਾਂ ਅੱਤਵਾਦੀ, ਤੇ ਆ ਕੇ ਜੱਫਾ ਮਾਰ ਕੇ ਇਹਨੂੰ ਬੰਨ੍ਹ ਲੈਂਦੇ ਨੇ, ਹੱਥ ਬੰਨ੍ਹ ਲੈਂਦੇ ਨੇ, ਤੇ ਮੋਟਰਸਾਈਕਲ 'ਤੇ ਬਿਠਾ ਕੇ ਇਹਨੂੰ ਲੈ ਜਾਂਦੇ ਨੇ। ਇਸ ਤੋਂ ਬਾਅਦ ਇਕੱਲਾ ਹਰਜੀਤ ਸਿੰਘ ਨਹੀਂ, ਇਸੇ ਉਮਰ ਦਾ ਲਗਭਗ 20 ਸਾਲ ਦਾ ਲਖਵਿੰਦਰ ਸਿੰਘ ਤੇ ਜਸਪਿੰਦਰ ਸਿੰਘ, ਇਹਨਾਂ ਨੂੰ ਵੀ ਫੜਦੇ ਆ। ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ 29 ਅਪ੍ਰੈਲ 1992 ਨੂੰ ਤਾਂ ਇਹਨਾਂ ਨੂੰ ਫੜਿਆ ਹੁੰਦਾ, ਇਹ ਕਹਿ ਕੇ ਕਿ ਇਹ ਤਾਂ ਅੱਤਵਾਦੀ ਆ। ਤੇ 12 ਮਈ ਨੂੰ, ਥੋੜ੍ਹੇ ਦਿਨਾਂ ਬਾਅਦ ਹੀ, ਲਗਭਗ 2 ਹਫ਼ਤਿਆਂ ਦੇ ਅੰਦਰ ਅੰਦਰ ਹੀ ਇਹਨਾਂ ਦਾ ਮੁਕਾਬਲਾ ਹੋ ਜਾਂਦਾ। ਕਹਿੰਦੇ ਜੀ ਇਹ ਇੱਕ ਪੁਲਿਸ ਇਨਕਾਊਂਟਰ ਦੇ ਵਿੱਚ ਮਾਰੇ ਗਏ ਆ, ਕਿਉਂਕਿ ਇਹਨਾਂ ਨੇ ਪੁਲਿਸ ਦਾ ਮੁਕਾਬਲਾ ਕੀਤਾ, ਪੁਲਿਸ 'ਤੇ ਗੋਲੀਆਂ ਚਲਾਈਆਂ, ਇਸ ਕਰਕੇ ਇਹਨਾਂ ਦੀ ਮੌਤ ਹੋ ਗਈ। ਜਦੋਂ ਪਰਿਵਾਰ ਨੂੰ ਇਹ ਗੱਲ ਪਤਾ ਲੱਗਦੀ ਹੈ ਤੇ ਉਹਨਾਂ ਦੇ ਇਹ ਗੱਲ ਹਜ਼ਮ ਨਹੀਂ ਹੁੰਦੀ। ਉਹ ਕਹਿੰਦੇ ਕਿ ਸਾਡਾ ਮੁੰਡਾ ਨਾ ਤਾਂ ਕੋਈ ਖਾਲਿਸਤਾਨੀ ਸੀ, ਨਾ ਕੋਈ ਅੱਤਵਾਦੀ ਸੀ, ਨਾ ਕਿਸੇ ਲਹਿਰ ਦੇ ਵਿੱਚ ਸ਼ਾਮਿਲ ਸੀ, ਇਹ ਤਾਂ ਉਹਦੇ ਨਾਲ ਬਹੁਤ ਧੱਕਾ ਹੋਇਆ। ਉਸ ਤੋਂ ਬਾਅਦ ਤੁਸੀਂ ਦੇਖੋ, ਇਹ ਜਿਹੜਾ ਹਰਜੀਤ ਸਿੰਘ ਦਾ ਪਰਿਵਾਰ ਆ, ਇਹ ਇਸ ਮਾਮਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲੈ ਕੇ ਜਾਂਦਾ। ਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਦੋਸ਼ੀਆਂ ਦੇ ਨਾਂ ਜ਼ਰੂਰ ਦੱਸਣਾ ਚਾਹੂੰਗਾ ਜਿਨ੍ਹਾਂ ਨੂੰ ਬੀਤੇ ਕੱਲ੍ਹ CBI ਦੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। CBI ਦੇ ਜਿਹੜੇ ਜੱਜ RK ਗੁਪਤਾ, ਮੋਹਾਲੀ ਕੋਰਟ ਦੇ, ਉਹਨਾਂ ਨੇ ਇਹ ਸਜ਼ਾ ਸੁਣਾਈ ਹੈ ਸਾਰਿਆਂ ਨੂੰ। ਔਰ ਉਹ ਹੈ ਕੌਣ ਨੇ? 2 ਇੰਸਪੈਕਟਰ,
ਇੱਕ ਧਰਮ ਸਿੰਘ ਤੇ ਦੂਸਰਾ ਹਰਭਜਨ ਰਾਮ। ਦੋ ਸਬ ਇੰਸਪੈਕਟਰ ਸੀ, ਇੱਕ ਰਾਮ ਲਬਾਇਆ ਤੇ ਦੂਸਰਾ ਸੀ ਅਮਰੀਕ ਸਿੰਘ। ਇਸੇ ਤਰ੍ਹਾਂ ਤਿੰਨ ਅਸਿਸਟੈਂਟ ਸਬ ਇੰਸਪੈਕਟਰ ਸੀ, ਇੱਕ ਸੀ ਸੁਰਿੰਦਰ ਸਿੰਘ, ਦੂਸਰਾ ਸੀ ਗੁਰਦੇਵ ਸਿੰਘ ਤੇ ਤੀਸਰਾ ਸੀ ਭੁਪਿੰਦਰ ਸਿੰਘ। ਤੇ ਦੋ ਹੈੱਡ ਕਾਂਸਟੇਬਲ ਸੀ, ਇੱਕ ਸੀ ਸਤਬੀਰ ਸਿੰਘ ਤੇ ਦੂਸਰਾ ਸੀ ਦਲਜੀਤ ਸਿੰਘ ਮੋਟੂ। ਇਹ ਵੈਸੇ ਜਿਹੜਾ ਦਲਜੀਤ ਸਿੰਘ ਮੋਟੂ ਹੈੱਡ ਕਾਂਸਟੇਬਲ ਆ, ਇਹਦੀ ਇਨਫੋਰਮੇਸ਼ਨ ਤੇ ਇਹਦੀ ਇਤਲਾਹ ਤੇ ਹੀ ਇਹ ਤਿੰਨੇ ਨੌਜਵਾਨਾਂ ਨੂੰ ਫੜਿਆ ਸੀ। ਇਹਨੇ ਕਿਹਾ ਸੀ ਕਿ ਇਹ ਖਾਲਿਸਤਾਨ ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਨੇ ਜਾਂ ਜੇ ਇਹ ਅੱਤਵਾਦੀ ਨੇ, ਔਰ ਇਸੇ ਕਰਕੇ ਇਹ ਫੜੇ ਗਏ ਸੀ। ਹੁਣ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਇਹਨਾਂ ਚੋਂ ਜਿਹੜਾ ਸਬ ਇੰਸਪੈਕਟਰ ਰਾਮ ਲਬਾਇਆ ਉਹਦੀ ਮੌਤ ਹੋ ਚੁੱਕੀ ਆ। ਇਸੇ ਤਰ੍ਹਾਂ ਅਮਰੀਕ ਸਿੰਘ ਸਬ ਇੰਸਪੈਕਟਰ ਉਹਦੀ ਵੀ ਮੌਤ ਹੋ ਚੁੱਕੀ ਆ। ਔਰ ਇਸੇ ਤਰ੍ਹਾਂ ਸਤਬੀਰ ਸਿੰਘ ਹੈੱਡ ਕਾਂਸਟੇਬਲ ਉਹ ਵੀ ਇਸ ਦੁਨੀਆ ਤੇ ਨਹੀਂ ਰਿਹਾ। ਤੇ ਦਲਜੀਤ ਸਿੰਘ ਮੋਟੂ ਜਿਹੜਾ ਇਨਫੋਰਮਰ ਸੀ ਉਹ ਵੀ ਹੁਣ ਇਸ ਦੁਨੀਆ ਤੇ ਨਹੀਂ ਆ। ਇਹ ਮਾਮਲਾ ਜਦੋਂ ਆਉਂਦਾ ਤੇ ਫਿਰ ਤੁਸੀਂ ਦੇਖੋ ਹਰਜੀਤ ਸਿੰਘ ਦਾ ਪਰਿਵਾਰ, ਹਰਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਉਹਨਾਂ ਦਾ ਨਾਂ ਹੁੰਦਾ ਤੇ ਉਹਨਾਂ ਦਿਨਾਂ ਦੇ ਵਿੱਚ ਬਿਜਲੀ ਮਹਿਕਮੇ ਦੇ ਵਿੱਚ ਜੂਨੀਅਰ ਇੰਜੀਨੀਅਰ ਸੀ। ਇੱਕ ਰਿਮੋਟ ਏਰੀਏ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹਦਾ ਕੋਈ ਵਾਹ ਵਾਸਤਾ ਨਾ ਹੋਵੇ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਵਿਅਕਤੀ ਲਈ ਆ ਕੇ ਹਾਈ ਕੋਰਟ ਦੇ ਵਿੱਚ ਕੇਸ ਲੜਨਾ ਕਿੰਨਾ ਔਖਾ ਹੋ ਸਕਦਾ ਤੁਸੀਂ ਸਮਝ ਸਕਦੇ ਹੋ। ਪਰ ਆਖਿਰਕਾਰ ਇਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਕਿਉਂਕਿ ਇਹ ਇਨਸਾਫ ਚਾਹੁੰਦੇ ਸੀ। ਔਰ ਤੁਸੀਂ ਦੇਖੋ ਇਹ ਪਰਿਵਾਰ ਹੈ ਕਿਹੜਾ, ਇਸੇ ਪਰਿਵਾਰ ਦੇ ਯਾਨੀ ਕਿ ਜਿਹੜਾ ਹਰਜੀਤ ਸਿੰਘ ਮੁੰਡਾ ਮਾਰਿਆ ਗਿਆ ਸੀ, ਇਸ ਦਾ ਦਾਦਾ ਸੀ ਜਿਹਦਾ ਨਾਂ ਸੀ ਬਿਸ਼ਨ ਸਿੰਘ ਬੁੱਟਰ। ਵੈਸੇ ਉਸ ਨੂੰ ਸ਼ਹੀਦ ਬਿਸ਼ਨ ਸਿੰਘ ਬੁੱਟਰ ਵੀ ਕਹਿੰਦੇ ਆ ਕਿਉਂਕਿ 1940 ਦੇ ਵਿੱਚ ਅੰਗਰੇਜ਼ਾਂ ਨੇ ਉਸ ਨੂੰ ਫਾਂਸੀ ਤੇ ਇਸ ਕਰਕੇ ਲਟਕਾਤਾ ਸੀ ਕਿਉਂਕਿ ਉਹਨੇ ਬ੍ਰਿਟਿਸ਼ ਆਰਮੀ ਦੇ ਵਿੱਚ ਭਰਤੀ ਹੋਣ ਤੋਂ ਨਾ ਕਰਤੀ ਸੀ। ਹਰਜੀਤ ਸਿੰਘ ਦੇ ਦਾਦੇ ਬਿਸ਼ਨ ਸਿੰਘ ਬੁੱਟਰ ਨੇ ਇਸ ਕਰਕੇ ਨਾ ਕਰਤੀ ਸੀ, ਕਹਿੰਦੇ ਜੇ ਤੁਸੀਂ ਸਾਨੂੰ ਭਰਤੀ ਕਰ ਲਿਆ ਤੇ ਤੁਸੀਂ ਸਾਨੂੰ ਭਾਰਤੀਆਂ ਨੂੰ, ਹਿੰਦੁਸਤਾਨੀਆਂ ਨੂੰ, ਇੰਡੀਅਨਸ ਨੂੰ ਮਾਰਨ ਲਈ ਕਹੋਗੇ, ਉਹਨਾਂ ਤੇ ਗੋਲੀਆਂ ਚਲਾਉਣ ਲਈ ਕਹੋਗੇ, ਮੈਂ ਨਹੀਂ ਇੱਦਾਂ ਕਰਨਾ। ਇਸ ਕਰਕੇ ਸਿਕੰਦਰਾਬਾਦ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਆ 1940 ਦੇ ਵਿੱਚ ਇਸ ਨੂੰ ਫਾਂਸੀ ਤੇ ਲਟਕਾਤਾ ਸੀ ਇਸ ਦੇ ਦਾਦਾ ਨੂੰ। ਤੇ ਕੀ ਇਹਦੇ ਦਾਦੇ ਨੂੰ ਕਦੇ ਪਤਾ ਸੀ ਕਿ ਜਿਸ ਮੁਲਕ ਲਈ ਮੈਂ ਲੜ ਰਿਹਾ, ਜਿਸ ਨੂੰ ਮੈਂ ਆਜ਼ਾਦੀ ਦਿਵਾ ਰਿਹਾ, ਉਹਦੇ ਵਿੱਚ ਜਿਹੜੀ ਪੁਲਿਸ ਆਊਗੀ ਉਹ ਮੇਰੇ ਪੋਤੇ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦੂਗੀ। ਇਹ ਆਪਣੇ ਆਪ ਦੇ ਵਿੱਚ ਬੜੀ ਸੋਚ ਕੇ ਇਸ ਗੱਲ ਉੱਤੇ ਬੜੀ ਇੱਕ ਤਰ੍ਹਾਂ ਦੀ ਸ਼ਰਮਸਾਰ ਕਰਦੀ ਹੈ ਸਾਨੂੰ ਸਾਰਿਆਂ ਨੂੰ ਕਿ ਇਸ ਤਰ੍ਹਾਂ ਵੀ ਹੁੰਦਾ। ਖੈਰ 30 ਮਈ 1997 ਨੂੰ CBI ਨੂੰ ਇਹ ਕੇਸ ਦੇ ਦਿੱਤਾ ਜਾਂਦਾ ਹਾਈ ਕੋਰਟ ਵੱਲੋਂ। ਹਾਈ ਕੋਰਟ ਆਰਡਰ ਕਰ ਦਿੰਦੀ ਆ ਤੇ 1998 ਦੇ ਵਿੱਚ ਇਸ ਕੇਸ ਦੀ ਜਿਹੜੀ ਤਫਤੀਸ਼ ਆ ਉਹ ਸ਼ੁਰੂ ਹੋ ਜਾਂਦੀ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਇਸ ਕੇਸ ਦੇ ਵਿੱਚ ਪਹਿਲਾ ਗਵਾਹ ਸਨ 2016 ਦੇ ਵਿੱਚ ਜਾ ਕੇ ਭੁਗਤਦਾ ਕਿਉਂਕਿ ਇੰਨਾ ਚਿਰ ਲਗਭਗ 24 ਸਾਲ ਇਸ ਕੇਸ ਦੇ ਵਿੱਚ ਇੰਨੇ ਕੁ ਅੜਿੱਕੇ ਲਾਏ ਜਾਂਦੇ ਨੇ, ਇੰਨੀਆਂ ਕੁ ਮੁਸ਼ਕਲਾਂ ਪੈਦਾ ਕੀਤੀਆਂ ਜਾਂਦੀਆਂ ਨੇ ਕਿ ਇਹ ਜਾਂਚ ਜਾਂ ਤਫਤੀਸ਼ ਅੱਗੇ ਨਹੀਂ ਤੁਰਦੀ। 58 ਗਵਾਹ ਹੁੰਦੇ ਨੇ, ਤੁਸੀਂ ਦੇਖੋ ਉਹਦੇ ਵਿੱਚੋਂ ਕੇਵਲ 27 ਭੁਗਤੇ ਨੇ। ਔਰ ਇਹਦੇ ਵਿੱਚੋਂ ਵੈਸੇ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ASI ਭੁਪਿੰਦਰ ਸਿੰਘ ਆ ਉਹ ਤਾਂ ਅੱਜ ਤੱਕ ਭਗੌੜਾ। ਉਸ ਤੋਂ ਬਾਅਦ ਤੁਸੀਂ ਦੇਖੋ ਇਹ ਸਾਰਾ ਕੁਝ ਹੁੰਦਾ ਤੇ ਫਿਰ ਅੱਜ ਜਦੋਂ ਰਮਨਪ੍ਰੀਤ ਸਿੰਘ ਨਾਲ ਮੇਰੀ ਗੱਲ ਹੋ ਰਹੀ ਸੀ, ਬਲਕਿ ਇਹਨਾਂ ਦੇ ਵਕੀਲ ਨੇ ਸਰਬਜੀਤ ਸਿੰਘ ਵੇਰਕਾ ਜੋ ਕੰਪਲੇਨੈਂਟ ਵੀ ਨੇ, ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਲੜਾਈ ਲੜਨੀ ਇਸ ਪਰਿਵਾਰ ਲਈ ਕਿੰਨੀ ਔਖੀ ਸੀ ਜੇ ਉਹ ਲਗਾਤਾਰ ਨਾ ਖੜੇ ਹੁੰਦੇ। ਈਵਨ ਰਮਨਪ੍ਰੀਤ ਸਿੰਘ ਉਹਨੇ ਵੀ ਮੈਨੂੰ ਦੱਸਿਆ, ਕਹਿੰਦੇ ਜੀ ਮੈਂ ਤਾਂ ਉਦੋਂ 1 ਸਾਲਾਂ ਦਾ ਸੀ ਤੇ ਹੁਣ ਕਹਿੰਦੇ ਇੰਨੇ ਸਾਲ ਬੀਤਣ ਤੋਂ ਬਾਅਦ ਜਦੋਂ 31 ਸਾਲਾਂ ਬਾਅਦ ਇਨਸਾਫ ਮਿਲਣਾ ਹੋਵੇ ਤੇ ਤੁਸੀਂ ਕੀ ਉਮੀਦ ਕਰ ਸਕਦੇ ਹੋ। ਇਹ ਇਨਸਾਫ ਜਲਦੀ ਹੋਣੇ ਚਾਹੀਦੇ ਆ ਤਾਂ ਕਿ ਜਿਹੜੀ ਲੋਕਾਂ ਦੀ ਉਮੀਦ ਹੁੰਦੀ ਆ ਉਹ ਕੁਛ ਨਾ ਕੁਛ ਇਸ ਕ੍ਰਿਮੀਨਲ ਜਸਟਿਸ ਸਿਸਟਮ ਤੇ ਬਣੀ ਰਵੇ। ਵੈਸੇ ਇਹ ਕੋਈ ਕੱਲਾ ਕੇਸ ਨਹੀਂ ਆ। ਅਗਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਤਰਨਤਾਰਨ ਦਾ ਵੀ ਇੱਕ ਕੇਸ ਆਇਆ ਸੀ ਜਿਹਦੇ ਵਿੱਚ 1993 ਦੇ ਵਿੱਚ ਹਰਬੰਸ ਸਿੰਘ ਸੀਗਾ ਉਦੇ ਕੋ ਪਿੰਡ ਤੋਂ, ਉਦੋਂ ਕੇ ਪਿੰਡ ਦਾ ਇਹ ਹਰਬੰਸ ਸਿੰਘ, ਇਸ ਨੂੰ ਵੀ ਇਸੇ ਤਰ੍ਹਾਂ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਤਾ ਸੀ। ਬਲਕਿ ਇਹਦੇ ਨਾਲ ਇੱਕ ਅਣਪਛਾਤਾ ਹੋਰ ਵੀ ਜਿਹੜਾ ਇੱਕ ਇਹਦਾ ਸਾਥੀ ਸੀ ਉਹਨੂੰ ਵੀ ਮਾਰਤਾ ਸੀ। ਔਰ ਉਸ ਤੋਂ ਬਾਅਦ ASI ਸ਼ਮਸ਼ੇਰ ਸਿੰਘ ਤੇ ਇੱਕ ASI ਜਗਤਾਰ ਸਿੰਘ, ਇਹ ਜਗਤਾਰ ਸਿੰਘ, ਇਹਨਾਂ ਨੂੰ ਦੋਨਾਂ ਨੂੰ ਸਜ਼ਾ ਹੋਈ ਸੀ, ਕੈਦ ਹੋਈ ਸੀ। SHO ਪੂਰਨ ਸਿੰਘ ਤੇ ASI ਜਗੀਰ ਸਿੰਘ, ਇਹਨਾਂ ਦੀ ਮੌਤ ਹੋ ਗਈ ਸੀ।
ਤੇ ਇਹਨਾਂ ਨੂੰ 1-1 ਲੱਖ ਰੁਪਇਆ जुर्माना भी होया सी। ये भी केस आया सी और ये 15 अप्रैल 1993 का केस आ। वैसे केस मैनू याद आ गया यूपी का भी। यूपी दे विच भी तुहानू याद होना 16 दसंबर सन 2022 दे विच इदां ही CBI ने 43 पहला 43 सी, उस तो बाद 47 भी होए। 47 पुलिस अफसरां नू इस करके इन्हां नू सज़ावां दित्तियां सी। पहला ये उम्र कैद सी, बाद दे विच इस नू 7-7 साल की कैद दे विच तब्दील करता, क्योंकि यूपी पुलिस ने बसां चों ला के 10 सिख नौजवानों नू व्यक्तियों नू मौत के घाट उतारता सी, ये कह के कि ये तां अतवादी ने। और ये घटना 12-13 जुलाई की आ 1991 की। उस दे विच भी जाके और पीलीभीत जिहड़ा डिस्ट्रिक्ट आ उस जिले की ये घटना, तो तुसीं आप देखो कि पुलिस का जिहड़ा रैकड आ वो कोई बहुत वधिया नहीं है। वैसे इस घटना तो मैनू कुलजीत सिंह ढट्ट का भी केस याद आ जाता, क्योंकि जदों असीं आज़ादी घुलाटीए की गल करते हैं तो जिहड़ा कुलजीत सिंह ढट्ट सी, ये लगभग तुसीं देखो 35 वरियां दा ये नौजवान सी, हुशियारपुर के जिले तो आउंदा सी। ते 1999 दे विच वैसे ये शहीद आज़म भगत सिंह दी जिहड़ी भैन सी प्रकाश कौर, उहदी कुड़ी आ गुरजीत कौर, ते उहदा हसबैंड आ हरभजन सिंह ढट्ट, उहदा ये छोटा भरा सी। इहदे विच पुलिस अफसरां नूं सज़ावां होईयां सी ते एक पुलिस अफसर सी DIG SPS बसरा। किवें कैप्टन अमरिंदर सिंह दी सरकार ने सीक्रेटली बड़े लुको के उस नूं माफ़ करता सी, उहनूं पार्डन करता सी, उस दी सज़ा माफ़ करती सी। ये भी केस आ, किस दिन मैं तुहानूं इस ते भी चानना पाऊँगा। पर ये सारे जिहड़े केस आ ये वाਕਿਆ अज भी सानूं डराउण लग जांदे ने कि की इस तरह का पुलिस राज भी सी उदों। और तुसीं देखो अज भी मोहाली कोर्ट दे विच 17 CBI दे इस तरह के झूठे जिहड़े केस बनाए ने, झूठे पुलिस मुकाबलिਆਂ के केस चल रहे हैं। और मैनूं ये भी पता लगा कि 6-7 केस बिल्कुल जिहड़े वो फाइनल आर्गूमेंट्स ते ने, उत्थे केवल बहस होनी आ और उस तो बाद इहदे विच भी सज़ावां हो सकदियां ने। जे इस तरह का निज़ाम चलूगा जे और ये सारे के सारे केस मैं ये भी दसदा कि 1992 1993 उन्हां दिनां दे केस आ जदों किन्ने केस जिहड़े इन्हां पुलिस वालियां दे खिलाफ फाइल किए गए सी, दर्ज किए गए सी, तां जाके इन्हां दीयां जांचां होईयां सी। और इन्हां केसां दे विच सब तो वड्डी गल ये आ कि सारे दे सारे जिवें IPC की एक धारा इंडियन पीनल कोड की 218 218 ਉਹਦੇ ਵਿੱਚ ਇਹਨਾਂ ਨੇ ਸਾਰਾ ਇੱਕ ਝੂਠਾ ਰੈਕਡ ਪੇਸ਼ ਕੀਤਾ। ਸਹੀ ਰੈਕਡ ਜਾਂ ਸਹੀ ਤਫਤੀਸ਼ਾਂ ਦੀਆਂ ਜਿਹੜੀਆਂ ਮਿਸਲਾਂ ਹੁੰਦੀਆਂ ਨੇ, ਜਿਮਨੀਆਂ ਹੁੰਦੀਆਂ ਨੇ, ਸਾਰਾ ਕੁਝ ਮਿਲਾ ਕੇ ਪੂਰਾ ਰੈਕਡ ਹੁੰਦਾ, ਇਹ ਕਦੇ ਪੁਲਿਸ ਵਾਲੇ ਪੇਸ਼ ਹੀ ਨਹੀਂ ਕਰ ਸਕੇ। ਪੰਜਾਬ ਸਰਕਾਰ ਕਿਸ ਤਰ੍ਹਾਂ ਕੰਮ ਕਰਦੀ ਆ ਇਸ ਗੱਲ ਤੋਂ ਅੰਦਾਜ਼ਾ ਲਾਓ ਕਿ 2 ਹਫ਼ਤਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਵਿੱਚ 2 ਵੱਡੇ ਅਫਸਰਾਂ ਨੂੰ ਇਸ ਕਰਕੇ ਸਸਪੈਂਡ ਕਰਤਾ ਗਿਆ ਸੀ। ਤੁਸੀਂ ਯਾਦ ਕਰੋ ਪ੍ਰਿੰਸੀਪਲ ਸੈਕਟਰੀ ਧਿਰੇਂਦਰ ਕੁਮਾਰ ਤਿਵਾਰੀ, ਜਿਨ੍ਹਾਂ ਨੂੰ DK ਤਿਵਾਰੀ ਵੀ ਕਹਿੰਦੇ ਆ, ਤੇ ਇਸੇ ਤਰ੍ਹਾਂ ਇਸੇ ਮਹਿਕਮੇ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਕਿਉਂਕਿ ਸਰਕਾਰ ਬੜੀ ਤਲਖੀ ਦੇ ਵਿੱਚ ਆ ਗਈ ਸੀ, ਬੜੀ ਨਾਰਾਜ਼ ਹੋ ਗਈ ਸੀ। ਕਹਿੰਦੇ ਇਹਨਾਂ ਨੇ ਸਾਡੀਆਂ ਪੰਚਾਇਤੀ ਚੋਣਾਂ ਨਹੀਂ ਹੋਣ ਦਿੱਤੀਆਂ, ਇਹਨਾਂ ਨੇ ਸਾਨੂੰ ਗਲਤ ਗਾਈਡ ਕਰਤਾ ਜਾਂ ਮਿਸਲੀਡ ਕਰਤਾ। ਪਰ ਸਰਕਾਰ ਨੇ ਵਕੀਲਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ। जिस जमीन ते सरकार ये लड़ाई हारी सी, यानी कि पंजाब ते हरियाणा हाई कोर्ट दे विच, उत्थे पंजाब दे एडवोकेट जनरल विनोद कई या उन्हां दी टीम सी जिहड़ी सारी वकीलां दी, उन्हां दे खिलाफ कोई एक्शन नहीं। पर ये 2 अफसरां इन्हां नूं जरूर टंगता सी, इन्हां नूं जरूर सस्पेंड करता सी। चलो उस तो अगे चलीए, लालजीत सिंह भुल्लर के खिलाफ भी नहीं कोई कार्रवाई हुई, वो भी इसे महकमे के मंत्री ने, वो तो आपां नूं पता ही है, साइन भी कीते सी तां भी उन्हां दे खिलाफ कोई कार्रवाई नहीं। पर जी असली गल हुण तुसीं अगे ये सुनो कि अज 2 हफ्ते तो भी वध दा समा हो गया, इन्हां ने किसी नूं वाधू चार्ज जिहड़ा एडिशनल चार्ज हुंदा ताकि महकमा चलदा रहे, किसी नूं दिता ही नहीं। केवल तो केवल अपना स्कूल ऑफ एमिनेंस कर लो या खंभियां ते अपने पोस्टर ला दो, दीवारां ते अपने बैनर ला दो, उस दे विच सारी सरकार बिजी आ। और इस करके वैसे एक होर IAS अफसर ने तेजवीर सिंह, उन्हां नूं 7 सितंबर तक वाधू एडिशनल चार्ज दिता सी, केवल एडिशनल, लेकिन डायरैक्टर या परमानेंट चार्ज हजे तक किसी को नहीं दिता गया। इस करके इस महकमे दे विच चल की रहा, कार्रवाई हो किस तरह रही आ, फाइल्स मूव किस तरह कर रही आ। तुसीं सोच रहे होंगे वैसे काम जिहड़ा वो पता लगा बिल्कुल खड़ो गया, काम हो ही नहीं रहा।
ਬਾਕੀ ਤਾਂ ਤੁਸੀਂ ਛੱਡੋ, ਲਾਲਜੀਤ ਸਿੰਘ ਭੁੱਲਰ ਲੱਗਦਾ ਉਹਨਾਂ ਦੀ ਵੀ ਕੋਈ ਦਿਲਚਸਪੀ ਨਹੀਂ ਹੈ। ਤੇ ਤੁਸੀਂ ਯਾਦ ਕਰੋ ਕੁਲਦੀਪ ਸਿੰਘ ਢਾਲੀਵਾਲ ਨੂੰ, ਜੂਨ ਦੇ ਮਹੀਨੇ ਤੱਕ ਇਹ ਮੰਤਰੀ ਸੀ ਤੇ ਉਸ ਵਕਤ ਇਹ ਮਹਿਕਮਾ ਇਸ ਕਰਕੇ ਜਾਣਿਆ ਜਾ ਰਿਹਾ ਸੀ ਕਿ ਜਿੰਨੀਆਂ ਜ਼ਮੀਨਾਂ ਸਰਕਾਰੀ ਜ਼ਮੀਨਾਂ ਨੇ, ਪੰਚਾਇਤੀ ਜ਼ਮੀਨਾਂ ਨੇ, ਜਿਹੜੀਆਂ ਲੋਕਾਂ ਨੇ ਜਾਂ ਉਹਨਾਂ ਲੈਂਡ ਸ਼ਾਰਕਸ ਨੇ ਜਾਂ ਮਾਫੀਆ ਨੇ ਦੱਬੀਆਂ ਹੋਈਆਂ ਨੇ, ਉਹਨਾਂ ਤੋਂ ਖਾਲੀ ਕਰਾਉਣੀਆਂ ਸੀ। ਉਹ ਜਿਹੜੀ ਸਾਰੀ ਦੀ ਸਾਰੀ ਮੁਹਿੰਮ ਸੀ ਉਹ ਤਾਂ ਖੜੀ ਗਈ ਹੈ। ਉਸ ਤੋਂ ਇੱਕ ਵੀ ਕਦਮ ਅੱਗੇ ਨਹੀਂ ਤੁਰੇ। ਕਿਤੇ ਇਹ ਤਾਂ ਨਹੀਂ ਸੀ ਕਿ ਮਾਫੀਆ ਦਾ ਕਿਤੇ ਨਾ ਕਿਤੇ ਜ਼ੋਰ ਪੈ ਗਿਆ ਹੋਵੇ ਇਸ ਸਰਕਾਰ ਤੇ। ਖੈਰ, ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਉੱਤੇ ਹੁਣ ਬਣਿਆ ਕੀ। ਪਰ ਅੱਜ ਦੀ ਤਰੀਕ ਦੇ ਵਿੱਚ ਨਾ ਤਾਂ ਇਹਨਾਂ ਕੋਲੇ ਕਿਸੇ ਕੋਲੇ ਵਾਧੂ ਚਾਰਜ ਆ ਤੇ ਨਾ ਹੀ ਇਸ ਮਹਿਕਮੇ ਨੂੰ ਕੋਈ ਲੀਡ ਕਰਨ ਲਈ, ਕੋਈ ਇਸ ਨੂੰ ਗਾਈਡ ਕਰਨ ਲਈ ਕਿਸੇ ਤਰ੍ਹਾਂ ਦਾ ਕੋਈ ਅਫਸਰ ਲਾਇਆ ਗਿਆ। ਹਾਂ, ਇਹ ਵੱਖਰੀ ਗੱਲ ਆ ਕਿ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਇਹ ਪ੍ਰੋਗਰਾਮ ਕਰਦੇ ਕਰਦੇ ਕਿਸੇ ਨੂੰ ਲਾ ਦੇਣ ਬਿਜਲੀ ਦੀ ਰਫ਼ਤਾਰ ਨਾਲ, ਉਦੋਂ ਕੋਈ ਕੰਮ ਕਰ ਦੇਣ, ਉਹ ਵੱਖਰੀ ਗੱਲ ਆ। ਪਰ ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦਾ ਹਾਲਾਂਕਿ ਮੰਤਰੀ ਹੈ ਪਰ ਕੋਈ ਵਾਲੀ ਵਾਰਸ ਨਹੀਂ, ਜਿਹੜਾ ਮੰਤਰੀ ਆਪਣੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ, ਇਹ ਨਹੀਂ ਕਹਿਣ ਨੂੰ ਤਿਆਰ ਕਿ ਹਾਂ ਮੈਂ ਸਾਈਨ ਕੀਤੇ ਆ, ਮੈਂ ਜ਼ਿੰਮੇਵਾਰੀ ਲੈਣਾ। ਜੇ ਅਗਰ ਚੋਣਾਂ ਨਹੀਂ ਹੋਈਆਂ ਪੰਚਾਇਤਾਂ ਦੀਆਂ, ਉਹਦੀ ਸਾਰੀ ਜ਼ਿੰਮੇਵਾਰੀ ਮੈਨੂੰ ਦਿਓ ਤੇ ਮੈਂ ਅਸਤੀਫਾ ਦਿੰਦਾ, ਤੇ ਉਸ ਮੰਤਰੀ ਤੋਂ ਤੁਸੀਂ ਕੀ ਤਵੱਕੋ ਕਰੋਗੇ। ਤੇ ਉਸ ਮੁੱਖ ਮੰਤਰੀ ਜਿਸ ਨੇ ਇਹ ਸਾਰਾ ਕੁਝ ਕੀਤਾ, ਜਿਹਦੇ ਖੁਦ ਸਾਈਨ ਨੇ ਉਸ ਫਾਈਲ ਤੇ, ਜੇ ਉਹ ਵੀ ਪਿੱਛੇ ਹਟ ਜੇ ਤੇ ਕੇਵਲ ਆਪਣੇ 2 ਅਫਸਰਾਂ ਨੂੰ ਟੰਗ ਦਿਓ ਤੇ ਉਸ ਤੋਂ ਬਾਅਦ ਮਹਿਕਮਾ ਜਿਹੜਾ ਉਹ ਸਾਰਾ ਬਿਲਕੁਲ ਖੜੋ ਜੇ, ਕੋਈ ਕੰਮ ਨਾ ਹੋਵੇ, ਤੇ ਇਹਦੇ ਲਈ ਜ਼ਿੰਮੇਵਾਰ ਕੌਣ? ਸੰਜੇ ਮਿਸ਼ਰਾ 1984 ਬੈਚ ਦੇ IRS ਅਫਸਰ ਨੇ ਇੰਡੀਅਨ ਰੈਵਨਿਊ ਸਰਵਿਸਿਜ਼ ਦੇ। ਔਰ ਸਭ ਤੋਂ ਇਹਨਾਂ ਦੀ ਖਾਸ ਗੱਲ ਹੈ ਕਿਉਂਕਿ ਇਹ ED ਯਾਨੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਨੇ। ਔਰ ਅੱਜ ਦਾ ਦਿਨ ਇਹਨਾਂ ਦਾ ਆਖਰੀ ਦਿਨ ਆ ਕਿਉਂਕਿ 15 ਤਰੀਕ ਨੂੰ ਯਾਨੀ ਕਿ 15 ਸਤੰਬਰ ਨੂੰ ਰਾਤ ਦੇ 12 ਵਜੇ ਤੱਕ ਸੁਪਰੀਮ ਕੋਰਟ ਨੇ ਇਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਤੁਸੀਂ ਇਸ ਅਹੁਦੇ ਤੇ ਰਹਿ ਸਕਦੇ ਹੋ। ਤੇ ਫਿਰ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਆਪਣਾ ਨਵਾਂ ED ਦਾ ਡਾਇਰੈਕਟਰ ਲੱਭ ਲਓ ਕਿਉਂਕਿ ਇਸ ਨੂੰ ਕੇਵਲ ਇੰਨੀ ਕੀ ਮੁਹਲਤ ਮਿਲ ਸਕਦੀ ਹੈ। ਔਰ ਭਾਰਤ ਸਰਕਾਰ ਤੁਹਾਨੂੰ ਪਤਾ ਹੀ ਹੈ ਕਿਵੇਂ ਅਟਾਰਨੀ ਜਨਰਲ ਜਾਂ ਸੋਲੀਸਿਟਰ ਜਨਰਲ ਨੇ ਸੁਪਰੀਮ ਕੋਰਟ ਦੇ ਵਿੱਚ ਮਿੰਨਤਾਂ ਤਰਲੇ ਕਰਕੇ ਇਸ ਸੰਜੇ ਮਿਸ਼ਰਾ ਲਈ ਸਮਾਂ ਮੰਗਿਆ ਸੀ ਕਿਉਂਕਿ ਆਲਰੇਡੀ ਸੁਪਰੀਮ ਕੋਰਟ ਨੇ ਕਹਿਤਾ ਸੀ ਕਿ ਜਿਹੜੀਆਂ ਐਕਸਟੈਂਸ਼ਨਸ 3 ਐਕਸਟੈਂਸ਼ਨਸ ਦਿੱਤੀਆਂ ਗਈਆਂ ਸੀ ਸੰਜੇ ਮਿਸ਼ਰਾ ਨੂੰ, ਕਹਿੰਦੇ ਸਾਰੀਆਂ ਗੈਰ ਕਾਨੂੰਨੀ ਨੇ, ਇਸ ਕਰਕੇ ਅਸੀਂ ਇਸ ਵਿਅਕਤੀ ਨੂੰ ਹੁਣ ਇਸ ਅਹੁਦੇ ਤੇ ਰਹਿਣ ਨਹੀਂ ਦੇਣਾ। ਫਿਰ ਜਾ ਕੇ ਮਿੰਨਤਾਂ ਤਰਲੇ ਕਰਨੇ ਪਏ ਸੀ। ਵੈਸੇ ਸੁਪਰੀਮ ਕੋਰਟ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਸੀ, ਕਹਿੰਦੇ ਤੁਹਾਡੇ ਕੋਲ ਕੋਈ ਹੋਰ ਬੰਦਾ ਹੀ ਨਹੀਂ ਹੈ, ਹੋਰ ਕੋਈ ਵਿਅਕਤੀ ਨਹੀਂ ਹੈ, ਜੇ ਇਹ ਸੰਜੇ ਮਿਸ਼ਰਾ ਨਾ ਰਹੇ ਤਾਂ ਫਿਰ ਕੀ ED ਦਾ ਕੰਮ ਨਹੀਂ ਚੱਲੂਗਾ। ਖੈਰ, ਹੁਣ ਦੇਖਦੇ ਆ ਕਿ ਕਦੋਂ ਤੱਕ ਇਹ ਨਵਾਂ ਆਪਣਾ ED ਦਾ ਡਾਇਰੈਕਟਰ ਲੱਭਦੇ ਨੇ। ਵੈਸੇ ਇਸ ਲਈ ਅੱਜ ਰਾਤ ਤੱਕ ਦਾ ਸਮਾਂ ਤਾਂ ਹੈ ਹੀ ਹੈ, ਜਦੋਂ ਤੱਕ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਸ਼ਾਇਦ ਉਦੋਂ ਤੱਕ ਤਾਂ ਨਹੀਂ ਲੱਭਿਆ ਗਿਆ। ਪਰ ਇਹਨਾਂ ਦਿਨਾਂ ਦੇ ਦੌਰਾਨ, ਪਿਛਲੇ ਦਿਨਾਂ ਦੇ ਵਿੱਚ ਵੀ ਸਾਰਿਆਂ ਨੂੰ ED ਦਾ ਜਿਹੜਾ ਖੌਫ ਇਹਨਾਂ ਨੇ ਪੈਦਾ ਕੀਤਾ ਸੀ ਸੰਜੇ ਮਿਸ਼ਰਾ ਨੇ, ਖਾਸ ਤੌਰ ਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਵਿੱਚ, ਸਿਆਸੀ ਨੇਤਾਵਾਂ ਦੇ ਵਿੱਚ, ਉਹਨਾਂ ਦੇ ਵਿੱਚ ਲਗਾਤਾਰ ਇਹਨਾਂ ਦਾ ਖੌਫ ਸੀ ਕਦੋਂ ਕਿਸ ਨੂੰ ਬੁਲਾ ਲੈਣਗੇ, ਕਦੋਂ ਬਿਠਾ ਕੇ 9-9 ਘੰਟੇ, 8-8 ਘੰਟੇ, 12-12 ਘੰਟੇ ਉਹਨਾਂ ਤੋਂ ਇਹ ਪੁੱਛਗਿੱਛ ਕਰਨਗੇ, ਕਿਸੇ ਨੂੰ ਕੁਝ ਨਹੀਂ ਸੀ ਪਤਾ। ਔਰ ਇਹਨਾਂ ਦੇ ਖਿਲਾਫ ਤਾਂ ਵਿਰੋਧੀ ਪਾਰਟੀਆਂ ਰਲ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਗਈਆਂ ਸੀ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਨਹੀਂ, ਕੱਲਾ ਕੇਸ ਲੈ ਕੇ ਆਓ, ਸਾਰਿਆਂ ਦਾ ਇਕੱਠਾ ਕੇਸ ਨਹੀਂ ਮੈਂ ਸੁਣ ਸਕਦਾ। ਹੁਣ ਦੇਖਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਰਤ ਦੀ ਜਿਹੜੀ ਇਹ ਸਰਕਾਰ ਆ ਉਹ ਕਿਹਨੂੰ ਆਪਣਾ ਨਵਾਂ ED ਡਾਇਰੈਕਟਰ ਲਾਉਂਦੀ ਆ ਤੇ ਕੀ ਉਸ ਦਾ ਇਹ ਜਿਹੜੀ ਦਹਿਸ਼ਤ ਆ ਜਾਂ ਉਸ ਦਾ ਜਿਹੜਾ ਕੰਮ ਆ ਜਾਂ ਉਸ ਦੀ ਜਿਹੜੀ ਇਹ ਮੁਹਿੰਮ ਆ ਉਹ ਇਸੇ ਤਰ੍ਹਾਂ ਚੱਲਦੀ ਰਹੂਗੀ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਡਰਾਓ, ਉਹਨਾਂ ਦੇ ਵਿੱਚ ਦਹਿਸ਼ਤ ਪੈਦਾ ਕਰੋ ਤੇ ਜੇ ਸਾਡੀ ਸਰਕਾਰ ਦਾ ਕੋਈ ਬੰਦਾ ਫਸਦਾ ਵੀ ਹੈ, ਜੇ ਉਸ ਤੇ ਇਲਜ਼ਾਮ ਵੀ ਆ ਤੇ ਉਹਦੇ ਵੱਲ ਦੇਖੋ ਵੀ ਨਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।